ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਪਿਛਲੇ ਐਤਵਾਰ ਵਿਚਾਰ ਕੀਤਾ ਸੀ, ਸਤਿਗੁਰੂ ਬਖਸ਼ਿਸ਼ ਕਰਦੇ ਸੀ ਗਾਵੇ ਕੋ ਜੀ ਲੈ ਫਿਰਦੇ। ਇੱਥੋਂ ਤੱਕ ਆਪਾਂ ਪਿਛਲੇ ਹਫ਼ਤੇ ਵਿਚਾਰ ਕੀਤਾ ਸੀ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਥ ਰਾਹ ਦੂਰ। ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਬੇਪਰਵਾਹ। ਵਾਹਿਗੁਰੂ ਤੋਂ ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਭਾਈ ਗਾਵੇ ਕੋ ਜੀ ਲਾਇ ਫਿਰਦੇ। ਇੱਥੋਂ ਤੱਕ ਆਪਾਂ ਵਿਚਾਰ ਕੀਤਾ ਸੀ। ਆਓ ਅੱਗੇ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਹੈ ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਥ ਰਾਹ ਦੂਰ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਹੈ, ਭਾਈ ਗੁਰਮੁਖ ਪਿਆਰਿਓ, ਕੋਈ ਪਰਮ ਪਿਤਾ ਪਰਮਾਤਮਾ ਨੂੰ ਇਸ ਕਰਕੇ ਗਾਉਂਦਾ ਹੈ, ਇਸ ਕਰਕੇ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ, ਇਸ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਕਿ ਉਸ ਨੂੰ ਇਸ ਤਰ੍ਹਾਂ ਜਾਪਦਾ ਕਿ ਉਹ ਪਰਮ ਪਿਤਾ ਪਰਮਾਤਮਾ ਜੋ ਹੈ ਬਹੁਤ ਦੂਰ ਹੈ, ਉਹਨੂੰ ਬਹੁਤ ਦੂਰ ਦਿਸਦਾ ਹੈ ਪਰਮ ਪਿਤਾ ਪਰਮਾਤਮਾ। ਔਰ ਇਸ ਕਰਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਉਸ ਦਾ ਜਸ ਕਰਦਾ ਹੈ, ਉਸ ਦੀ ਸਿਫਤ ਸਲਾਹ ਕਰਦਾ ਹੈ, ਉਸ ਦੀ ਵਡਿਆਈ ਕਰਦਾ ਹੈ, ਉਸ ਦੇ ਨਾਮ ਦਾ ਸਿਮਰਨ ਕਰਦਾ ਹੈ। ਪਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹੈ ਗਾਵੇ ਕੋ ਵੇਖੈ ਹਾਥ ਰਾਹ ਦੂਰ। ਕਈ ਸੰਸਾਰ ਦੇ ਵਿੱਚ ਲੋਕ ਜੋ ਹੈ ਉਹ ਇਸ ਤਰ੍ਹਾਂ ਨਾਲ ਉਸ ਪਰਮ ਪਿਤਾ ਪਰਮਾਤਮਾ ਨੂੰ ਗਾਉਂਦੇ ਆ, ਉਸ ਤਰ੍ਹਾਂ ਨਾਲ ਪਰਮਾਤਮਾ ਦਾ ਜਸ ਗਾਉਂਦੇ ਆ, ਉਸ ਤਰ੍ਹਾਂ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮਾਤਮਾ ਜੋ ਹੈ, ਵਾਹਿਗੁਰੂ ਜੋ ਹੈ, ਅਕਾਲ ਪੁਰਖ ਜੋ ਹੈ, ਸ੍ਰਿਸ਼ਟੀ ਦਾ ਕਰਤਾ ਜੋ ਹੈ, ਉਹ ਸਾਡੇ ਅੰਦਰ ਹੀ, ਸਾਡੇ ਹਿਰਦੇ ਦੇ ਵਿੱਚ ਹਾਜ਼ਰ ਹਜ਼ੂਰ ਹੈ। ਭਾਵ ਸਾਡੇ ਹਿਰਦੇ ਦੇ ਵਿੱਚ ਹੀ ਸਮਾਇਆ ਹੋਇਆ ਹੈ। ਤੇ ਇਸ ਤਰ੍ਹਾਂ ਨਾਲ ਉਹ ਉਸ ਪਰਮ ਪਿਤਾ ਪਰਮਾਤਮਾ ਦੀ ਨਾਮ ਸਿਮਰਨ ਕਰਕੇ ਵਡਿਆਈ ਕਰਦੇ ਹੈ। ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਭਾਈ ਇਹ ਪਰਮ ਪਿਤਾ ਪਰਮਾਤਮਾ ਦੀ ਕਥਾ ਜਿਹੜੀ ਹੈ ਨਾ, ਕਥਨਾ ਕਥੀ ਨ ਆਵੇ ਟੋਟ। ਅਨੇਕਾਂ ਹੀ ਲੋਕ, ਸਾਰੇ ਸੰਸਾਰ ਦੇ ਲੋਕ ਜਿਹੜੇ ਹੈ ਉਹ ਪਰਮਾਤਮਾ ਦੀ ਕਥਾ ਨੂੰ ਕਥਦੇ ਹੈ, ਪਰ ਗੁਰੂ ਸਾਹਿਬ ਕਹਿੰਦੇ ਆ ਵੀ ਇਹਨਾਂ ਦੇ ਕਥਨ ਵਾਲਿਆਂ ਦੀ ਕੋਈ ਟੋਟ ਨਹੀਂ ਹੈ। ਅਨੇਕਾਂ ਹੀ ਗਿਣਤੀ ਪਤਾ ਨਹੀਂ ਕਿੰਨੀ ਹੈ, ਅਸੀਂ ਇਹ ਨਹੀਂ ਕਹਿ ਸਕਦੇ ਵੀ ਇੰਨੀ ਗਿਣਤੀ ਹੈ, ਟੋਟ ਨਹੀਂ ਹੈ ਕੋਈ। ਕਥ ਕਥ ਕਥੀ ਕੋਟੀ ਕੋਟ ਕੋਟ। ਤੇ ਕਥਨ ਵਾਲਿਆਂ ਨੇ ਕਥ ਕਥ ਕੇ ਕੋਟੀ ਵਾਰ, ਕਰੋੜਾਂ ਵਾਰ, ਮਤਲਬ ਕਰੋੜਾਂ ਲੋਕਾਂ ਨੇ ਇਹ ਕਥਾ ਨੂੰ ਕਥਿਆ ਹੈ ਔਰ ਉਹ ਹਾਲੇ ਵੀ ਕਥ ਰਹੇ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਫਿਰ ਉਹ ਪਰਮਪਿਤਾ ਪਰਮਾਤਮਾ ਕੀ ਕਰਦਾ ਹੈ ਕਿ ਇਹਨਾਂ ਜੀਵਾਂ ਦੇ ਉੱਤੇ ਕਿਰਪਾ ਕਰਦਾ ਹੈ
ਔਰ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹੈ ਕਿ ਉਹਨਾਂ ਗੁਰਮੁਖ ਪਿਆਰਿਆਂ ਨੂੰ, ਸੰਸਾਰ ਦੇ ਜੀਵਾਂ ਨੂੰ ਆਪਣੇ ਦੇਤਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਹ ਪਰਮਪਿਤਾ ਪਰਮਾਤਮਾ ਇਹਨਾਂ ਜੀਵਾਂ ਦੇ ਉੱਤੇ ਕਿਰਪਾ ਕਰਕੇ ਇਹਨਾਂ ਨੂੰ ਪਦਾਰਥਾਂ ਦੀ ਦਾਤ ਜਿਹੜੀ ਹੈ ਉਹ ਦਿੰਦਾ ਹੈ, ਕਿਰਪਾ ਕਰਦਾ ਹੈ। ਔਰ ਇਹ ਦੇਣ ਵਾਲੇ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਉਹ ਲੈਂਦੇ ਹੈ, ਔਰ ਉਹ ਲੈਂਦੇ ਦਿੰਦਾ ਜਿਹੜਾ ਪਰਮਾਤਮਾ ਦੇਣ ਵਾਲਾ ਦਾਤਾ ਹੈ ਉਹ ਦੇ ਹੀ ਜਾਂਦਾ ਹੈ। ਔਰ ਜਿਹੜੇ ਪਰਮਾਤਮਾ ਦੀ ਸ਼ਰਨ ਹੋ ਕੇ ਜੀਵ ਜੰਤ ਜਿਹੜੇ ਸੰਸਾਰ ਦੇ ਵਿੱਚ ਹੈ ਉਹ ਲੈਂਦੇ ਹੈ, ਔਰ ਉਹ ਲੈਂਦੇ ਲੈਂਦੇ ਥੱਕ ਜਾਂਦੇ ਆ, ਪਰ ਪਰਮਪਿਤਾ ਪਰਮਾਤਮਾ ਜਿਹੜਾ ਦੇਣ ਵਾਲਾ ਹੈ ਉਹ ਕਦੇ ਨਹੀਂ ਥੱਕਦਾ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਲੈ ਲੈ ਕੇ ਪਰਮਪਿਤਾ ਪਰਮਾਤਮਾ ਤੋਂ ਜੁਗਾ ਜੁਗੰਤਰ ਖਾਹੀ ਖਾਏ, ਹੁਕਮੀ ਹੁਕਮ ਚਲਾਏ ਰਾਮ, ਨਾਨਕ ਵਿਗਸੈ ਬੇਪਰਵਾਹ। ਇਹ ਲੋਕ ਜਿਹੜੇ ਹੈ ਜੁਗਾਂ ਜੁਗਾਂ ਤਿੱਕਰ ਪਰਮਾਤਮਾ ਤੋਂ ਦਾਤਾਂ ਲੈ ਲੈ ਕੇ ਖਾਂਦੇ ਆ ਔਰ ਖਾਈ ਜਾ ਰਹੇ ਹੈ, ਜੁਗਾਂ ਤੋਂ ਲੈ ਕੇ ਅੱਗੇ ਜੁਗਾਂ ਤਿੱਕਰ ਖਾਈ ਜਾ ਰਹੇ ਹੈ। ਔਰ ਉਹ ਪਰਮਪਿਤਾ ਪਰਮਾਤਮਾ ਜਿਹੜਾ ਫਿਰ ਇਹਨਾਂ ਨੂੰ, ਜੀਵਾਂ ਨੂੰ, ਇਹਨਾਂ ਮਨੁੱਖਾਂ ਨੂੰ, ਇਹਨਾਂ ਸੰਸਾਰ ਦੇ ਜਿੰਨੇ ਵੀ ਉਸ ਦੀ ਕਿਰਤ ਹੈ ਉਸ ਨੂੰ ਆਪਣੇ ਹੁਕਮ ਦੇ ਵਿੱਚ ਆਪਣੇ ਰਾਹ ਚਲਾਉਂਦਾ ਹੈ, ਸੱਚ ਦੇ ਰਾਹ ਚਲਾਉਂਦਾ ਹੈ, ਪਰਮਾਤਮਾ ਦੇ ਰਾਹ ਚਲਾਉਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਇਹ ਪਰਮ ਪਿਆਰੇ ਦੀ ਰਜ਼ਾ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਆ ਨਾ, ਤੇ ਉਦੋਂ ਉਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਉਹ ਪਰਮਪਿਤਾ ਪਰਮਾਤਮਾ ਜਿਹੜਾ ਬੇਪਰਵਾਹ ਹੈ ਉਹ ਇਹਨਾਂ ਜੀਵਾਂ ਦੇ ਉੱਤੇ ਖੁਸ਼ ਹੁੰਦਾ ਹੈ। ਆਪਣੇ ਸੰਸਾਰ ਨੂੰ ਦੇਖ ਕੇ, ਆਪਣੇ ਕੀਤੇ ਹੋਏ ਨੂੰ ਦੇਖ ਕੇ, ਆਪਣੀ ਕਿਰਤ ਨੂੰ ਦੇਖ ਕੇ ਇਹ ਬੜਾ ਖੁਸ਼ ਹੁੰਦਾ ਹੈ ਪਰਮਪਿਤਾ ਪਰਮਾਤਮਾ, ਔਰ ਇਹਨਾਂ ਨੂੰ ਆਪਣੇ ਸੱਚ ਦੇ ਰਾਹ ਦੇ ਉੱਤੇ ਚਲਾਉਂਦਾ ਰਹਿੰਦਾ ਹੈ ਔਰ ਖੁਸ਼ੀਆਂ ਮਾਣਦਾ ਹੈ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਹੁਣ ਅੱਗੇ ਗੁਰੂ ਸਾਹਿਬ ਕਰਦੇ ਆ, ਸਾਚਾ ਸਹਿਬ ਸਾਚ ਨਾਏ, ਭਾਖਿਆ ਪਾਓ ਆਪਾਰ, ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਜਪਜੀ ਸਾਹਿਬ ਦੀ ਚੌਥੀ ਪੌੜੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵਿਚਾਰ ਦੱਸਦੇ ਹੈ। ਕਹਿੰਦੇ ਵੀ ਉਹ ਪਰਮਪਿਤਾ ਪਰਮਾਤਮਾ ਜਿਹੜਾ ਸਾਰਿਆਂ ਨੂੰ ਦੇ ਰਿਹਾ ਹੈ, ਸਾਰੇ ਸੰਸਾਰ ਨੂੰ ਦੇ ਰਿਹਾ ਹੈ, ਪਰ ਥੱਕਦਾ ਨਹੀਂ ਹੈ, ਲੈਣ ਵਾਲੇ ਥੱਕ ਜਾਂਦੇ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਸੱਚਾ ਸਾਹਿਬ ਜਿਹੜਾ ਹੈ, ਅਕਾਲ ਪੁਰਖ ਹੈ, ਸ੍ਰਿਸ਼ਟੀ ਦਾ ਕਰਤਾ ਜਿਹੜਾ ਹੈ, ਉਹ ਕਿਸ ਤਰ੍ਹਾਂ ਨਾਲ ਪ੍ਰਾਪਤ ਹੁੰਦਾ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਸਾਚਾ ਸਾਹਿਬ ਸਾਚ ਨਾਏ, ਉਹ ਪਰਮਪਿਤਾ ਪਰਮਾਤਮਾ, ਉਹ ਅਕਾਲ ਪੁਰਖ ਜਿਹੜਾ ਹੈ ਨਾ, ਉਸ ਦੇ ਸੱਚੇ ਨਾਮ ਦੁਆਰਾ ਹੀ ਜਦੋਂ ਅਸੀਂ ਉਸ ਦਾ ਸੱਚਾ ਨਾਮ ਜਿਹੜਾ ਹੈ ਸਿਮਰਨ ਕਰਦੇ ਆ ਨਾ ਗੁਰੂ ਤੋਂ ਲੈ ਕੇ, ਤੇ ਉਦੋਂ ਉਸ ਪਰਮਪਿਤਾ ਪਰਮਾਤਮਾ ਨਾਲ ਸਾਡਾ ਮਿਲਣ ਵੀ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਸ ਦੀ ਭਾਖਿਆ ਜਿਹੜੀ ਹੈ, ਉਸ ਦੀ ਭਾਸ਼ਾ, ਉਸ ਦੀ ਬੋਲੀ ਜਿਹੜੀ ਹੈ ਉਹ ਅਪਾਰ ਭਾਉ ਹੈ। ਭਾਉ ਦਾ ਮਤਲਬ ਪਿਆਰ, ਉਹ ਪਿਆਰ ਦਾ ਸਰੂਪ ਹੈ, ਆਪ ਵੀ ਪ੍ਰੇਮ ਦਾ ਸਰੂਪ ਹੈ, ਅਨੁਰਾਗ ਦਾ ਸਰੂਪ ਹੈ, ਪ੍ਰੇਮ ਦਾ ਪੁਤਲਾ ਹੈ। ਔਰ ਜੋ ਉਸ ਨਾਲ ਕੋਈ ਪਿਆਰ ਕਰਦਾ ਹੈ ਉਸ ਦੇ ਉੱਤੇ ਖੁਸ਼ਕ ਹੋ ਕੇ ਉਸ ਨੂੰ ਆਪਣੀਆਂ ਬਖਸ਼ਾਂ ਦੇ ਦਿੰਦਾ, ਉਸ ਨੂੰ ਆਪਣੀ ਕਿਰਪਾ ਦੇ ਦਿੰਦਾ ਹੈ, ਉਸ ਨੂੰ ਆਪਣੇ ਚਰਨਾਂ ਦੇ ਵਿੱਚ ਆਸਣ ਦੇ ਦਿੰਦਾ ਹੈ। ਇਹ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਫਿਰ ਇਸ ਤਰ੍ਹਾਂ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਅਨੇਕਾਂ ਲੋਕ ਮਤਲਬ ਉਸ ਦਾ ਨਾਮ ਸਿਮਰਨ ਕਰਦੇ ਆ, ਉਸ ਨੂੰ ਆਖਦੇ ਆ, ਉਸ ਦੇ ਨਾਮ ਨੂੰ ਆਖਦੇ ਆ, ਉਸ ਦੀ ਵਡਿਆਈ ਕਰਦੇ ਆ, ਉਸ ਦੀ ਸਿਫਤ ਸਲਾਹ ਕਰਦੇ ਆ। ਤੇ ਗੁਰੂ ਸਾਹਿਬ ਕੀ ਕਹਿੰਦੇ ਆ, ਆਖੈ ਮੰਗੈ ਦੇ ਦੇ,
उस परमपिता परमात्मा तो सारे संसार के लोग जीव जिहड़े है वो परमात्मा का नाम आखते हैं, सिमरन करते हैं और उसनूं कहंदे आ सच्चे पातशाह सानू दे दे दे, बार बार मतलब उसनूं पुकारदे हैं कि दे सानू की दे, दात दातां दे, पदार्थ दे। ते गुरु साहब की करते हैं, परमात्मा गुरु साहब सानू बख्शिश करते हैं कि फिर वो परमपिता परमात्मा इन्हां दे सिमरन तो खुश हो के ਉਹਨਾਂ ਨੂੰ ਇਹ ਦਾਤਾਂ ਜਿਹੜੀਆਂ ਹੈ ਜੋ ਦਾਤਾ ਪਰਮਪਿਤਾ ਪਰਮਾਤਮਾ ਸੰਸਾਰ ਦਾ ਦਾਤਾਰ ਹੈ ਉਹ ਦਾਤਾਂ ਬਖਸ਼ ਦਿੰਦਾ ਹੈ। ਫਿਰ ਹੁਣ ਇਹ ਦਾਤਾਂ ਲੈ ਕੇ ਜੁਗਾ ਜੁਗਾ ਤੱਕ ਖਾਂਦੇ ਆ ਸੰਸਾਰ ਦੇ ਲੋਕ, ਪਰ ਹੁਣ ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਗੁਰੂ ਸਾਹਿਬ ਕਹਿੰਦੇ ਵੀ ਕਿਸ ਤਰ੍ਹਾਂ ਨਾਲ ਹੋਵੇ, ਤੇ ਗੁਰੂ ਸਾਹਿਬ ਕਹਿੰਦੇ ਆ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। फिर परमपिता परमात्मा नूं प्राप्त करन लग्गिया की चीज़ ऐसी रखीए कि जिस दे नाल सानू परमपिता परमात्मा और परमपिता परमात्मा दा दरबार जिहड़ा है वो दिसना शुरू हो जाए। भाव परमपिता परमात्मा दा सचखंड जिहड़ा है वो सानू दिसना शुरू हो जाए, असी उस दे विच परमात्मा दी शरण हो के परमात्मा दे दरसदारे करते रहिए। हुण गुरु साहब कहंदे आ भी की करिए भाई, ਤੇ ਫਿਰ ਗੁਰੂ ਸਾਹਿਬ ਇਹ ਵਿਚਾਰ ਕਰਦੇ ਆ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ। ਹੁਣ ਗੁਰੂ ਸਾਹਿਬ ਇਹ ਵਿਚਾਰ ਕਰਦੇ ਆ ਕਿ ਭਾਈ ਮੂੰਹੋਂ ਕੀ ਬੋਲ ਬੋਲੀਏ ਜਿਸ ਦੇ ਨਾਲ ਉਹ ਪਰਮਪਿਤਾ ਪਰਮਾਤਮਾ ਉਸ ਬੋਲਾਂ ਨੂੰ ਸੁਣ ਕੇ ਤੇ ਸਾਡੇ ਨਾਲ ਪਿਆਰ ਕਰ ਲਵੇ, ਸਾਡੇ ਉੱਤੇ ਪਿਆਰ ਧਰ ਲਵੇ। ऐसा की बोल बोलीए? तो गुरु साहब नाल ही सानू जवाब दिंदे है कि भाई विचार का की जवाब है, अमृत वेला सच नाओ वडियाई विचार करमी आवे कपड़ा नदरी मोख द्वार। ਹੁਣ ਗੁਰੂ ਸਾਹਿਬ ਕਹਿੰਦੇ ਆ ਭਾਈ ਅਗਰ ਤੁਸੀਂ ਉਸ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਉਸ ਦੇ ਦਰਸਦਾਰੇ ਕਰਨੇ ਆ ਨਾ, ਤੇ ਕੀ ਕਰੋ, ਅੰਮ੍ਰਿਤ ਵੇਲਾ ਜੋ ਰਾਤਰੀ ਦਾ ਸਵਾ ਪਹਿਰ ਰਹਿੰਦਾ ਜਿਹੜਾ ਹੈ ਨਾ, ਉਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਭਾਵ ਅੰਮ੍ਰਿਤ ਪ੍ਰਾਪਤ ਕਰਨ ਦਾ ਵੇਲਾ ਹੁੰਦਾ ਹੈ, ਪੌ ਫਟਦੀ ਹੁੰਦੀ ਹੈ ਔਰ ਉਸ ਦੇ ਵਿੱਚ ਜੇ ਕਿਤੇ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰੀਏ ਨਾ ਤੇ ਉਸ ਨਾਮ ਸਿਮਰਨ ਦਾ ਸਾਨੂੰ ਐਸਾ ਆਨੰਦ ਆਉਂਦਾ ਕਿ ਸਾਡੇ ਹਿਰਦੇ ਦੇ ਵਿੱਚ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੀ ਕਿਰਪਾ ਨਾਲ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਤਰ੍ਹਾਂ ਨਾਲ ਭਾਈ ਤੁਸੀਂ ਅੰਮ੍ਰਿਤ ਵੇਲੇ ਪਰਮਾਤਮਾ ਦਾ ਸੱਚਾ ਨਾਮ ਜਿਹੜਾ ਹੈ ਉਸ ਦੀ ਵਡਿਆਈ ਕਰੋ, ਉਸ ਨੂੰ ਸਿਮਰਨਾ ਕਰੋ, ਵਾਹ गुरु वाह गुरु वाह गुरु, उस नूं चेते करो और फिर उस दी वडियाई करो, उस दी सिफत सलाह करो। तो भाई इस तरह नाल उस दी सिफत सलाह दा उस दे गुणां दा विचार करो, फिर तुहानूं की होएगा कि परमपिता परमात्मा दी प्राप्ति हो जाएगी, और तुहानूं परमपिता परमात्मा दे दरसदारे हो जाणगे। हुण गुरु साहब एक गल होर दसदे है भाई, जिहड़ा अंम੍ਰਿਤ वेला है ना, ਇਹ ਅੰਮ੍ਰਿਤ ਵੇਲਾ ਹਰ ਰੋਜ਼ ਅੰਮ੍ਰਿਤ ਵੇਲਾ ਪੌ ਫਟੀ ਤੋਂ ਪਹਿਲਾਂ ਸਵਾ ਪੈਰ ਸੂਰਜ ਚੜ੍ਹਨ ਤੋਂ ਪਹਿਲਾਂ ਹੁੰਦਾ ਹੈ, ਔਰ ਉਸ ਦੇ ਵਿੱਚ ਅਸੀਂ ਨਾਮ ਸਿਮਰਨ ਕਰੀਏ ਤੇ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਪਿਤਾ ਪਰਮਾਤਮਾ ਦੇ ਸਾਨੂੰ ਦਰਸਦਾਰੇ ਹੋ ਜਾਂਦੇ ਆ। ਉਹ ਗੁਰੂ ਸਾਹਿਬ ਇੱਕ ਗੱਲ ਹੋਰ ਵੀ ਦੱਸਦੇ ਆ ਕਿ ਇਹ ਅੰਮ੍ਰਿਤ ਵੇਲਾ ਭਾਈ ਜਿਹੜਾ ਸਾਨੂੰ ਪਰਮਾਤਮਾ ਨੇ ਇਹ ਜੀ ਦਿੱਤਾ ਹੈ, सानू जिन्नी सांसां दी पूंजी दिती है, जिन्ना समा सानू विचरण वास्ते इस धरती दे उत्ते दिता है, चाहे किसी नूं 50 साल दिता है, चाहे किसी नूं 60 साल दिता है, चाहे किसी नूं 100 साल दिता है, ये भी लगातार नाम सिमरन करन दा वेला है, साडी रूह दे अमृत प्राप्त करन दा ये वेला है जो सानू स्वास्थ्य दी पूंजी दिती है, ये भी अमृत वेला है। एक अमृत वेला हर रोज़ पौ फटन तो पहला नाम सिमरन करना हुंदा है, एक अमृत वेला सारी जिंदगी ही सानू नाम अमृत की प्राप्ति करन दा एक समा परमात्मा ने दिता होया, जिन्नी साडे मस्तक दे उत्ते लेख आजू दे लिखे हुए हैं, वो अमृत प्राप्त करन दा वेला है। तो गुरु साहब कहते हैं ये भाई परमात्मा के नाम की वडियाई करो, परमात्मा की सिफत सलाह करो, परमात्मा के गुणों का विचार करो, तो तुहानू परमपिता परमात्मा खुश हो के ਤੁਹਾਨੂੰ ਆਪਣੇ ਦਰਸਦਾਰੇ ਬਖਸ਼ ਦੇਗਾ। ਉਸ ਦੀ ਕਿਰਪਾ ਨਾਲ ਹੀ ਸਾਨੂੰ ਦਰਸਦਾਰੇ ਹੋਣਗੇ, ਸਾਡੇ ਕੀਤਿਆਂ ਕੁਛ ਨਹੀਂ ਹੋਣਾ, ਸਾਡੇ ਜ਼ੋਰ ਕੀਤਿਆਂ ਕੁਛ ਨਹੀਂ ਹੋਣਾ।
ਉਸ ਦਾ ਪ੍ਰਸਾਦ ਸਾਨੂੰ ਪ੍ਰਾਪਤ ਹੋਵੇ, ਉਸ ਦੀ ਕਿਰਪਾ ਨਾਲ ਅਸੀਂ ਉਸ ਦੇ ਦਰਸ਼ਦਾਰੇ ਕਰ ਸਕਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਕਰਮੀ ਆਵੇ ਕੱਪੜਾ, ਇਹ ਜੋ ਸਰੀਰ ਸਾਨੂੰ ਦਿੱਤਾ ਹੈ ਔਰ ਸਰੀਰ ਦੇ ਵਿੱਚ ਰੱਖ ਕੇ ਜੋਤ ਜੋ ਗੁਫਾ ਦੇ ਵਿੱਚ ਸਾਨੂੰ ਬਖਸ਼ੀ ਹੈ ਉਹ ਵੀ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਭਾਵ ਕਰਮ ਇਹ ਹੀ ਹੈ ਕਿ ਸਾਨੂੰ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿ ਭਾਈ ਇੰਨਾ ਸਮਾਂ ਤੈਨੂੰ ਦਿੱਤਾ ਹੈ, ਇਹ ਕੱਪੜਾ ਜਿਹੜਾ ਦਿੱਤਾ ਹੈ ਇਸ ਦੇ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰ, ਤੇ ਇਹ ਤੇਰੇ ਕਰਮਾਂ ਦਾ ਫਲ ਹੈ ਕਿ ਜੇ ਤੇਰੇ ਤੇ ਕਿਰਪਾ ਹੋਗੀ ਤੇ ਤੈਨੂੰ ਨਦਰੀ ਪ੍ਰਮਾਤਮਾ ਦੀ ਕਿਰਪਾ ਦੁਆਰਾ ਮੋਕਸ਼ ਦਾ ਦੁਆਰਾ ਪ੍ਰਾਪਤ ਹੋ ਜਾਏਗਾ। ਤੂੰ ਨਾਮ ਸਿਮਰਨ ਕਰ, ਮਾਤਲੋਕ ਦੇ ਵਿੱਚ ਜਾ ਕੇ ਤੂੰ ਸੰਸਾਰ ਦੇ ਵਿੱਚ ਨਾਮ ਸਿਮਰਨ ਕਰੇਗਾ ਤੇ ਮੇਰੀ ਕਿਰਪਾ ਐਸੀ ਹੋਏਗੀ ਕਿ ਤੈਨੂੰ ਆਵਾਗਮਨ ਤੋਂ ਰਹਿਤ ਕਰਕੇ ਆਪਣੇ ਚਰਨਾਂ ਦੇ ਵਿੱਚ ਮੈਂ ਆਸਣ ਬਖਸ਼ ਦੇਵਾਂਗਾ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਕਰਮਾਂ ਨਾਲ ਮਿਲਦਾ ਭਾਈ, ਇਹ ਕੱਪੜਾ ਵੀ ਕਰਮਾਂ ਨਾਲ ਮਿਲਦਾ ਹੈ ਔਰ ਕਿਰਪਾ ਵੀ ਪਰਮਾਤਮਾ ਦੀ ਜਿਹੜੀ ਹੈ ਉਹ ਕਰਮਾਂ ਨਾਲ ਮਿਲਦੀ ਹੈ। ਔਰ ਕਿਰਪਾ ਨਾਲ ਜਿਹੜਾ ਮੋਕਸ਼ ਦਾ ਦੁਆਰਾ ਭਾਵ ਸੱਚਖੰਡ ਦੀ ਪ੍ਰਾਪਤੀ ਔਰ ਆਵਾਗਮਨ ਤੋਂ ਰਹਿਤ ਹੋ ਜਾਣਾ, 84 ਲੱਖ ਜੂਨੀਆਂ ਤੋਂ ਰਹਿਤ ਹੋ ਜਾਣਾ, ਮੋਕਸ਼ ਦੀ ਬੰਧਨਾਂ ਤੋਂ ਮੁਕਤ ਹੋ ਜਾਣਾ, ਮੋਕਸ਼ ਦੀ ਪ੍ਰਾਪਤੀ ਹੋ ਜਾਣੀ, ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਮਿਲਦੀ ਹੈ। ਪਰ ਨਾਮ ਸਿਮਰਨ ਕਰਿਆ, ਉਸ ਦੀ ਸਿਫਤ ਸਲਾਹ ਕਰਿਆ, ਉਸ ਦੇ ਨਾਮ ਦੀ ਵਡਿਆਈ ਕਰਿਆ ਹੀ ਪ੍ਰਾਪਤ ਹੁੰਦੀ ਹੈ। ਹੁਣ ਅੱਗੋਂ ਗੁਰੂ ਸਾਹਿਬ ਕਹਿੰਦੇ ਆ ਕਿ ਇਸ ਤਰ੍ਹਾਂ ਨਾਲ ਜੇ ਅਸੀਂ ਕਰਨ ਲੱਗ ਜਾਈਏ ਨਾ ਤਾਂ ਸਾਨੂੰ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ ਔਰ ਸਾਡੀ ਰੂਹ ਜਿਹੜੀ ਹੈ ਉਹ ਸਚਿਆਰ ਹੋ ਜਾਂਦੀ ਹੈ, ਸੁੱਚੀ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ। ਔਰ ਜਦੋਂ ਰੂਹ ਨਿਰਮਲ ਹੋ ਜਾਂਦੀ ਹੈ ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਉਦੋਂ ਇਹ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਨਾ, ਐਵੇਂ ਜੇਕਰ ਸਾਡੀ ਨਿਰਮਲ ਰੂਹ ਜਿਹੜੀ ਆ ਪਰਮਾਤਮਾ ਦੀ ਨਿਰਮਲ ਜੋਤ ਨਾਲ ਮਿਲਣ ਕਰ ਲੈਂਦੀ ਹੈ। ਤੇ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਨਾਲ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜੇ ਕਿਤੇ ਪ੍ਰਮਾਤਮਾ ਨੂੰ ਅਸੀਂ ਇਸ ਤਰ੍ਹਾਂ ਨਾਲ ਜਾਣੀਏ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਸਭ ਆਪੇ, ਸਾਡੀ ਰੂਹ ਜਿਹੜੀ ਆ ਆਪਣੇ ਆਪ ਹੀ ਸਚਿਆਰ ਹੋ ਜਾਂਦੀ ਆ, ਆਪਣੇ ਆਪ ਹੀ ਨਿਰਮਲ ਹੋ ਜਾਂਦੀ ਆ। ਔਰ ਨਿਰਮਲ ਜੋਤ ਜੋ ਜਲ ਮੇ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਾਂ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ। ਇਸ ਤਰ੍ਹਾਂ ਦੇ ਨਾਲ ਸਾਡੀ ਰੂਹ ਇਹ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਹੋਈ ਅੰਮ੍ਰਿਤ ਵੇਲੇ ਦੇ ਵਿੱਚ ਪਰਮਾਤਮਾ ਦੀ ਵਡਿਆਈ ਕਰਦੀ ਹੋਈ, ਪਰਮਾਤਮਾ ਦੇ ਨਾਮ ਦੁਆਰਾ ਉਸ ਦਾ ਸਿਮਰਨ ਕਰਦੀ ਹੋਈ ਜਿਹੜੀ ਆ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੀ ਹੈ ਔਰ ਉਸ ਦੇ ਚਰਨ ਸ਼ਰਨ ਹੋ ਕੇ ਉਸ ਦੇ ਆਸਣ ਦੇ ਉੱਤੇ ਸੱਚਖੰਡ ਦੇ ਉੱਤੇ ਨਾਮ ਸਿਮਰਨ ਕਰਦੀ ਹੋਈ ਉਸ ਦੇ ਦਰਸ਼ਦਾਰੇ ਕਰਦੀ ਰਹਿੰਦੀ ਹੈ। ਇਹ ਸਾਨੂੰ ਬਖਸ਼ਿਸ਼ ਕਰਦੇ ਆ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ। ਤੋਂ ਇੰਨੀਆਂ ਵਿਚਾਰਾਂ ਭਾਈ ਅਸੀਂ ਸਾਧ ਸੰਗਤ ਜੀ ਹਰ ਐਤਵਾਰ ਨੂੰ ਕਰਦੇ ਹਾਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵਾਹਿਗੁਰੂ ਜੋਤ ਸਾਹਿਬ ਸੁਦਾਮਾ ਨਗਰ ਹਰੀਪੁਰਾ ਰੋਡ ਸ਼੍ਰੀ ਵਿਜੈ ਨਗਰ ਵਿਖੇ ਹਾਜ਼ਰ ਹੋ ਕੇ ਇਹ ਵਿਚਾਰਾਂ ਜਪਜੀ ਸਾਹਿਬ ਦੀਆਂ ਜੋ ਹੈ ਸਰਵਣ ਕਰਿਆ ਕਰੋ, ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਏਗਾ। ਸਾਨੂੰ ਗਿਆਨ ਪ੍ਰਕਾਸ਼ ਦਾ ਸੂਰਜ ਜਿਹੜਾ ਹੈ ਉਹ ਪ੍ਰਗਟ ਹੋ ਜਾਏਗਾ। ਸਾਡੇ ਉੱਤੇ ਕਿਰਪਾ ਐਸੀ ਹੋਏਗੀ ਕਿ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਨ ਕਰ ਲਵਾਂਗੇ। ਤੋ ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।